ਗੁੱਡ ਮਾਰਨਿੰਗ 10th ਕਲਾਸ। ਅੱਜ ਆਪਾਂ ਸਾਹਿਤਕ ਕਿਰਨਾਂ ਭਾਗ 2 ਵਿੱਚ ਸ਼ਾਮਿਲ ਪਾਠ ਕਲਾਤਮਕ ਰੁਚੀਆਂ ਪ੍ਰਕਿਰਤੀ ਅਤੇ ਪਹਿਚਾਨ ਬਾਰੇ ਪੜਾਂਗੇ। ਇਸ ਲੇਖ ਦੇ ਲੇਖਕ ਹਨ ਡਾਕਟਰ ਦਵਿੰਦਰ ਸੈਫੀ। ਇਹ ਬੱਚੋ ਸਾਡਾ 10th ਦਾ ਜਿਹੜਾ ਸਿਲੇਬਸ ਹੈ ਉਹਦਾ ਲਾਸਟ ਚੈਪਟਰ ਹੈ। ਇਹ ਇਸ ਤੋਂ ਬਾਅਦ ਸਾਡਾ ਸਿਲੇਬਸ ਕੰਪਲੀਟ ਹੋ ਜਾਏਗਾ। ਅਤੇ ਇਸ ਚੈਪਟਰ ਦੀਆਂ ਕੁੱਲ 3 ਵੀਡੀਓ ਬਣਨਗੀਆਂ। ਇਸ 'ਚੋਂ ਜਿਹੜੀ ਆਪਾਂ ਹੁਣ ਵੀਡੀਓ ਬਣਾ ਰਹੇ ਹਾਂ ਇਹ ਪਹਿਲੀ ਵੀਡੀਓ ਹੈ ਅਤੇ ਇਹ ਸਾਡੀ ਇੱਥੇ ਚੈਪਟਰ ਦਾ ਸ਼ੁਰੂਆਤ ਹੋ ਰਹੀ ਹੈ। ਇਸ ਵਿੱਚ ਸਾਨੂੰ ਲੇਖਕ ਨੇ ਇਹ ਕਹਿਣਾ ਚਾਹਿਆ ਵਾ, ਜਿਵੇਂ ਕਿ ਅਸੀਂ ਨਾਮ ਪੜ੍ਹਦੇ ਹਾਂ ਕਲਾਤਮਕ ਰੁਚੀਆਂ, ਕਲਾ ਮੀਨਸ ਨਾਲ ਸੰਬੰਧਿਤ ਰੁਚੀਆਂ, ਜਿਹੜੀ ਅਸੀਂ ਸਾਡੇ ਵਿੱਚ ਰੁਚੀ ਭਾਵ ਹੋਬੀਸ ਵੀ ਸਾਡੇ ਵਿੱਚ ਕਲਾ ਨਾਲ ਸੰਬੰਧਿਤ ਸਾਡੇ ਅੰਦਰ ਕੀ ਹੋਬੀਸ ਨੇ, ਅਸੀਂ ਉਹਨਾਂ ਨੂੰ ਕਿਵੇਂ ਪਹਿਚਾਣ ਕਰ ਸਕਦੇ ਹਾਂ, ਅਸੀਂ ਉਹਨਾਂ ਨੂੰ ਕਿਵੇਂ ਉਹਨਾਂ ਦੇ ਗੁਣ ਲੈ ਸਕਦੇ ਹਾਂ, ਉਹਨਾਂ ਦੇ ਕਿਵੇਂ ਗੁਣ ਹੁੰਦੇ ਨੇ, ਕਿਵੇਂ ਉਹਨਾਂ ਦੀ ਅਸੀਂ ਪਹਿਚਾਣ ਕਰ ਸਕਦੇ ਹਾਂ, ਕਿਵੇਂ ਅਸੀਂ ਉਹਨਾਂ ਨੂੰ ਉਹਦੇ ਸਹੀ ਵਰਤੋਂ ਕਰਕੇ ਇੱਕ ਵਰਦਾਨ ਦੀ ਤਰ੍ਹਾਂ ਇਹ ਜਿਹੜੀ ਕਲਾ ਵਾ ਸਾਡੇ ਲਈ ਵਰਦਾਨ ਸਾਬਿਤ ਹੋ ਸਕਦਾ ਹੈ, ਸਾਡੇ ਪ੍ਰੋਫੈਸ਼ਨ ਦਾ ਅੱਗੇ ਹਿੱਸਾ ਬਣ ਸਕਦੀਆਂ ਹਨ। ਇਸ ਬਾਰੇ ਅਸੀਂ ਜਾਣਾਂਗੇ। ਜਿਵੇਂ ਕਿ ਹੁਣ ਤੁਸੀਂ 10ਵੀਂ ਕਲਾਸ 'ਚ ਹੋ, ਇਸ ਸਮੇਂ ਤੁਹਾਡੇ ਲਈ ਇਹ ਮਹੱਤਵ ਹੈ ਕਿ ਤੁਸੀਂ ਅੱਗੇ ਕੀ ਲੈਣਾ ਚਾਹੁੰਦੇ ਹੋ। ਕਈ ਵਾਰ ਕੀ ਹੁੰਦਾ ਕਿ ਅੱਜ ਕੱਲ੍ਹ ਮੋਸਟਲੀ ਬੱਚੇ ਕੀ ਕਰਦੇ ਆ, ਆਪਣੀਆਂ ਰੁਚੀਆਂ ਨੂੰ ਨਾ ਪਹਿਚਾਣ ਕੇ ਆਪਣੇ ਦੋਸਤਾਂ ਦੇ ਮਗਰ ਲੱਗ ਕੇ, ਆਪਣੇ ਮਾਤਾ ਪਿਤਾ ਦੇ ਦਬਾਅ 'ਚ ਆ ਕੇ ਕਈ ਵਾਰ ਕਿ ਇਸ ਤਰ੍ਹਾਂ ਪ੍ਰੋਫੈਸ਼ਨ ਅਪਣਾ ਲੈਂਦੇ ਨੇ ਜਿਸ ਵਿੱਚ ਉਹਨਾਂ ਦਾ ਇੰਟਰਸਟ ਨਹੀਂ ਹੁੰਦਾ ਅਤੇ ਉਹ ਬਾਅਦ ਵਿੱਚ ਉਹਨਾਂ ਨੂੰ ਨੁਕਸਾਨ ਹੋਣਾ ਹੁੰਦਾ ਵਾ। ਇਸ ਕਰਕੇ ਸਾਨੂੰ ਲੇਖਕ ਨੇ ਇਹਦੇ ਵਿੱਚ ਕੁਝ ਸਿਧਾਂਤ ਦਿੱਤੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਇਹ ਜਾਣਾਂਗੇ ਕਿ ਸਾਡੇ ਵਿੱਚ ਕਿਹੜੀ ਰੁਚੀ ਹੈ ਅਤੇ ਅਸੀਂ ਕਿਸ ਤਰ੍ਹਾਂ ਉਹਨਾਂ ਦਾ ਸਦਉਪਯੋਗ ਕਰ ਸਕਦੇ ਹਾਂ, ਅਤੇ ਕਿ ਅਸੀਂ ਉਸ ਰੁਚੀ ਨੂੰ, ਉਸ ਕਲਾ ਨੂੰ ਅਸੀਂ ਕਿਸ ਤਰ੍ਹਾਂ ਇੱਕ ਪ੍ਰੋਫੈਸ਼ਨ ਵੀ ਬਣਾ ਸਕਦੇ ਹਾਂ। ਚਲੋ ਬੱਚਿਓ, ਆਪਾਂ ਪਾਠ ਪੜ੍ਹਨਾ ਸ਼ੁਰੂ ਕਰਦੇ ਹਾਂ। ਕਲਾਤਮਕ ਰੁਚੀਆਂ ਪ੍ਰਕਿਰਤੀ ਅਤੇ ਪਹਿਚਾਨ। ਤੇਰਾ ਉੱਚ ਮੁਕਾਮ ਹੈ ਕਿਉਂ ਹੋਵੇ ਦਲਗੀਰ, ਕਮਲ ਫੁੱਲ ਦਾ ਟਹਿਕਦਾ ਚਿੱਕੜ ਸੀਨਾ ਚੀਰ। ਤੇਰਾ ਭਾਵ ਮਨੁੱਖ। ਇਸ ਵਿੱਚ ਕਵੀ ਮਨੁੱਖ ਨੂੰ ਸੰਬੋਧਿਤ ਕਰਦਾ ਹੋਇਆ ਕਹਿ ਰਿਹਾ ਵਾ ਕਿ ਤੇਰਾ ਇੱਕ ਉੱਚ ਮੁਕਾਮ ਹੈ, ਕਿ ਮਨੁੱਖ ਦਾ ਇੱਕ ਉੱਚ ਮੁਕਾਮ ਹੈ, ਫਿਰ ਉਹ ਨਿਰਾਸ਼ ਕਿਉਂ ਹੋ ਰਿਹਾ ਵਾ, ਨਿਰਾਸ਼, ਉਦਾਸ, ਦਿਲਗੀਰ। ਠੀਕ ਹੈ। ਜਿਸ ਤਰ੍ਹਾਂ ਇੱਕ ਕਮਲ ਦਾ ਫੁੱਲ ਚਿੱਕੜ ਦੇ ਸੀਨੇ ਨੂੰ ਪਾੜ ਕੇ ਸੀਨਾ ਚਿੱਕੜ ਵਿੱਚੋਂ ਖਿੜਦਾ ਹੈ, ਉਸੇ ਤਰ੍ਹਾਂ ਕਹਿੰਦੇ ਤੇਰਾ ਵੀ ਇੱਕ ਮੁਕਾਮ ਹੈ, ਇਸ ਨਿਰਾਸ਼ ਨਹੀਂ ਹੋਣਾ ਚਾਹੀਦਾ। ਹਰ ਮਨੁੱਖ ਅੰਦਰ ਊਰਜਾ ਦਾ ਇੱਕ ਵੱਡਾ ਭੰਡਾਰ ਹੁੰਦਾ ਹੈ। ਊਰਜਾ ਦਾ ਇਹ ਭੰਡਾਰ ਉਸ ਲਈ ਵਰਦਾਨ ਵੀ ਸਾਬਿਤ ਬਣਦਾ ਹੈ ਅਤੇ ਸ਼ਰਾਪ ਵੀ। ਇਹ ਪ੍ਰਕਿਰਿਆ ਉਸੇ ਤਰ੍ਹਾਂ ਦੀ ਹੈ ਜਿਵੇਂ ਬੰਨ ਬਣਾ ਕੇ ਸੰਯੋਜਿਤ ਭਾਵ ਇਕੱਠੇ ਕੀਤੇ ਪਾਣੀ ਦੀ ਬਿਜਲੀ ਊਰਜਾ ਦਾ ਲਾਭ ਵੀ ਲਿਆ ਜਾ ਸਕਦਾ ਹੈ, ਅਤੇ ਇਸ ਪਾਣੀ ਨੂੰ ਜੇਕਰ ਅਵਾਰਾ ਛੱਡ ਦਿੱਤਾ ਜਾਵੇ ਤਾਂ ਆਸ-ਪਾਸ ਦੀ ਖੇਤੀ ਦਾ ਉਜਾੜਾ ਕਰਵਾਇਆ ਜਾ ਸਕਦਾ ਹੈ। ਕਲਾਤਮਕ ਰੁਚੀ ਦਾ ਉਜਾਗਰ ਹੋਣਾ ਇਸ ਬੰਨ ਦੀ ਜਾਂ ਡੈਮ ਦੀ ਉਸਾਰੀ ਵਾਂਗ ਹੈ। ਇਹਦੇ ਵਿੱਚ ਕਵੀ ਨੇ ਸਾਨੂੰ ਇਹ ਕਿਹਾ ਵਾ, ਲੇਖਕ ਨੇ ਸਾਨੂੰ ਕਿਹਾ ਵਾ ਕਿ ਇਹਦੀ ਜਿਹੜੀ ਮਨੁੱਖ ਦੀ ਊਰਜਾ ਦਾ ਜਿਹੜੀ ਤੁਲਨਾ ਵਾ ਉਹ ਉਹਨੇ ਬੰਨ ਬਣਾ ਕੇ ਇਕੱਠੇ ਕੀਤੇ ਡੈਮ ਦੇ ਪਾਣੀ ਨਾਲ ਕੀਤੀ ਹੈ। ਕਿ ਮਨੁੱਖ ਦੀ ਊਰਜਾ ਦਾ ਇਹ ਇੱਕ ਬਹੁਤ ਵੱਡਾ ਭੰਡਾਰ ਹੁੰਦਾ। ਹਰ ਇੱਕ ਮਨੁੱਖ ਵਿੱਚ ਇੱਕ ਊਰਜਾ ਹੁੰਦੀ ਹੈ। ਉਸ ਊਰਜਾ ਨੂੰ ਜੇ ਅਸੀਂ ਸਹੀ ਉਪਯੋਗ ਕਰੀਏ ਤਾਂ ਉਹ ਸਾਨੂੰ ਲਾਭ ਦੇ ਸਕਦੀ ਹੈ। ਜੇ ਅਸੀਂ ਉਸ ਊਰਜਾ ਦਾ ਸਹੀ ਉਪਯੋਗ ਨਹੀਂ ਕਰਾਂਗੇ ਤਾਂ ਉਹ ਇਸ ਤਰ੍ਹਾਂ ਬਣ ਜਾਏਗੀ, ਜਿਵੇਂ ਕਹਿੰਦੇ ਵੀ ਜੇ ਅਸੀਂ ਪਾਣੀ ਨੂੰ ਅਸੀਂ ਬੇਰੋਕ ਛੱਡ ਦਿੱਤਾ ਜਾਵੇ, ਬੰਨ ਨਾ ਬਣਾਇਆ ਜਾਵੇ, ਰੋਕ ਛੱਡ ਦਈਏ ਤਾਂ ਫਿਰ ਕੀ ਹੁੰਦਾ, ਉਹਦੇ ਆਲੇ ਦੁਆਲੇ ਦੇ ਜਿਹੜੀਆਂ ਖੇਤੀਬਾੜੀ ਦੀ ਆ, ਜਿਹੜੇ ਘਰ ਆ, ਉਹ ਸਾਰਾ ਕੁਛ ਢਹਿ ਹੋ ਜਾਵੇਗਾ। ਜੇ ਅਸੀਂ ਇਹਨੂੰ ਸਹੀ ਉਪਯੋਗ ਕਰਾਂਗੇ ਤਾਂ ਅਸੀਂ ਜਿਹਦਾ ਪਾਣੀ ਦਾ ਸਹੀ ਇਕੱਠੇ ਕੀਤਾ ਪਾਣੀ ਦਾ ਉਪਯੋਗ ਕਰਾਂਗੇ ਤਾਂ ਅਸੀਂ ਬਿਜਲੀ ਬਣਾ ਸਕਦੇ ਹਾਂ। ਇਹ ਸਾਡੇ ਲਈ ਵਰਦਾਨ ਹੈ। ਇਸੇ ਤਰ੍ਹਾਂ ਲੇਖਕ ਨੇ ਮਨੁੱਖ ਦੀ ਊਰਜਾ ਦਾ ਤੁਲਨਾਵਾਂ ਕਾਹਦੇ ਨਾਲ ਕੀਤੀ ਹੈ, ਬੰਨ ਬਣਾ ਕੇ ਇਕੱਠੇ ਕੀਤੇ ਪਾਣੀ ਨਾਲ। ਠੀਕ, ਇਸੇ ਤਰ੍ਹਾਂ ਹੀ ਕਹਿੰਦੇ ਕਲਾਤਮਕ ਰੁਚੀਆਂ ਦਾ ਉਜਾਗਰ ਹੋਣਾ ਵੀ ਬੰਨ ਜਾਂ ਡੈਮ ਦੀ ਉਸਾਰੀ ਵਾਂਗ ਹੀ ਹੈ। ਕਲਾ ਤੁਹਾਨੂੰ ਨਿੱਜ ਤੋਂ ਮੁਕਤ ਕਰਕੇ ਸਮਾਜਿਕ ਨਿੱਜ ਨਾਲ ਜੋੜਦੀ ਹੈ। ਕਲਾ ਅਸਲੀ ਖੁਸ਼ੀ ਅਤੇ ਸਦੀਵੀ ਉਤਸ਼ਾਹ ਦਾ ਸੋਮਾ ਹੈ। ਕਲਾ ਸਾਨੂੰ ਨਿੱਜ ਮੀਨਸ ਆਪਣੇ ਆਪ
ਆਪਣੇ ਆਪ ਤੋਂ ਮੁਕਤ ਕਰਾ ਕੇ ਸਮਾਜ ਨਾਲ ਜੋੜਦੀ ਹੈ। ਜੇ ਅਸੀਂ ਕਲਾ ਵਿੱਚ ਨਿਪੁੰਨ ਹੈ ਅਤੇ ਉਹ ਬੱਚੇ ਉਹ ਸਾਨੂੰ ਜੇ ਅਸੀਂ ਉਹਨੂੰ ਅੱਗੇ ਪ੍ਰੋਫੈਸ਼ਨ ਅਪਣਾ ਫਿਰ ਅਸੀਂ ਆਪਣੇ ਆਪ 'ਚ ਨਹੀਂ ਰਹਿੰਦੇ, ਫਿਰ ਉਹ ਇੱਕ ਸਮਾਜਿਕ ਨਿੱਜ ਨਾਲ ਜੋੜਦੇ ਆ ਵੀ ਅਸੀਂ ਸਮਾਜ ਨਾਲ ਜੁੜ ਜਾਂਦੇ ਹਾਂ। ਇਹ ਅਸਲੀ ਖੁਸ਼ੀ ਹੈ ਜਿਸ 'ਚ ਸਾਨੂੰ ਇੰਟਰਸਟ ਹੈ, ਅਸੀਂ ਉਹੀ ਕੰਮ ਕਰਾਂਗੇ ਤਾਂ ਸਾਨੂੰ ਅਸਲੀ ਖੁਸ਼ੀ ਮਿਲਦੀ ਹੈ। ਅਤੇ ਸਦੀਵੀ ਮੀਨਸ ਚਿਰਸਥਾਈ, ਜ਼ਿਆਦਾ ਦੇਰ ਤੱਕ ਸਾਨੂੰ ਉਸਦਾ ਉਤਸ਼ਾਹ ਦਾ ਸੋਮਾ ਹੈ। ਫਰਾਂਸ ਦੇ ਵੱਡੇ ਚਿੰਤਨਸ਼ੀਲ ਲੇਖਕ ਵਿਕਟਰ ਹਿਊਗੋ ਨੇ ਇਸ ਕਾਰਜ ਨੂੰ ਗੁਲਾਮੀ ਤੋਂ ਮੁਕਤੀ ਦਿਵਾਉਣ ਵਾਲਾ ਕਾਰਜ ਐਲਾਨ ਕੇ ਕਲਾ ਸ਼ਕਤੀ ਨੂੰ ਸੁਤੰਤਰਤਾ ਸ਼ਕਤੀ ਦਾ ਵਾਹਕ ਮੰਨਿਆ ਹੈ। ਇਸ ਲਈ ਹਰ ਵਿਅਕਤੀ ਨੂੰ ਆਪਣੀ ਕਲਾਤਮਕ ਸੰਭਾਵਨਾ ਵਿਅਕਤ ਕਰਨ ਲਈ ਨਿਰੰਤਰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਕੁਝ ਨਾ ਕੁਝ ਅਜਿਹੇ ਸਿਰਜਣ ਜ਼ਰੂਰੀ ਹੈ ਜੋ ਪਦਾਰਥਿਕ ਲਾਭਾਂ ਅਤੇ ਪੂੰਜੀ ਲੋੜਾਂ ਤੋਂ ਮੁਕਤ ਹੋਵੇ। ਅਜਿਹਾ ਸਿਰਜਕ ਵਿਅਕਤੀ ਨਿਸ਼ਚੈ ਹੀ ਪ੍ਰਕਿਰਤੀ, ਸਮਾਜ ਅਤੇ ਸੱਭਿਆਚਾਰ ਲਈ ਵਰਦਾਨ ਸਾਬਿਤ ਹੁੰਦਾ ਹੈ। ਹਾਂਜੀ ਬੇਟਾ, ਇਹਦੇ ਵਿੱਚ ਇੰਨੇ ਤੋਂ ਇੱਥੇ ਤੱਕ ਪਹਿਲਾਂ ਸਾਨੂੰ ਕਿਹਾ ਗਿਆ ਫਰਾਂਸ ਦਾ ਚਿੰਤਨਸ਼ੀਲ ਮੀਨਸ ਦਾਰਸ਼ਨਿਕ ਮੀਨਸ ਫਿਲੋਸਫਰ, ਜਿਹੜਾ ਫਿਲੋਸਫਰ ਹੈ ਵਿਕਟਰ ਹਿਊਗੋ, ਉਹਨੇ ਇਹ ਕਿਹਾ ਵਾ ਕਿ ਇਹ ਸਾਨੂੰ ਕਲਾ ਜਿਹੜੀ ਹੈ ਸਾਡੀ ਗੁਲਾਮੀ ਤੋਂ ਮੁਕਤ ਕਰਵਾਉਣ ਵਾਲੀ ਹੈ। ਠੀਕ ਹੈ, ਕਹਿੰਦੇ ਹਮੇਸ਼ਾ ਹੀ ਮਨੁੱਖ ਨੂੰ ਆਪਣੇ ਜੋ ਉਹਦੇ ਅੰਦਰ ਰੁਚੀ ਹੈ ਉਹਦੇ ਲਈ ਯਤਨਸ਼ੀਲ ਹੋਣਾ ਚਾਹੀਦਾ। ਮੀਨਸ ਉਹਦੇ ਕਲਾ ਦੇ ਅਨੁਸਾਰ ਆਪਣੇ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ ਵਾ ਕਿ ਅਜਿਹਾ ਸਿਰਜਣ ਨਾਲ ਕੁਛ ਕੀ ਹੁੰਦਾ, ਇੱਕ ਤਾਂ ਅਸੀਂ ਪਦਾਰਥਿਕ ਲੋੜਾਂ ਤੋਂ ਮੁਕਤ ਹੋ ਜਾਂਦੇ ਹਾਂ। ਪਦਾਰਥਿਕ ਲੋੜਾਂ ਭਾਵ ਜਿਹੜੀਆਂ ਲਗਜ਼ਰੀਸ ਲਾਈਫ ਅਸੀਂ ਜੀਂਦੇ ਹਾਂ, ਮੋਬਾਈਲ, ਕਾਰ, ਜੋ ਵੀ ਇਸ ਤਰ੍ਹਾਂ ਲਗਜ਼ਰੀਸ ਲਾਈਫ ਹੈ ਜਿਹੜੀਆਂ ਪਦਾਰਥਿਕ ਲਾਭਾਂ ਤੋਂ ਅਸੀਂ ਮੁਕਤ ਹੋ ਜਾਂਦੇ ਹਾਂ। ਅਤੇ ਅਜਿਹੇ ਵਿਅਕਤੀ ਜਿਹੜਾ ਆਪਣੀ ਰੁਚੀ ਨੂੰ ਅਪਣਾ ਕੇ ਥੋੜ੍ਹਾ ਜਿਹਾ ਉਹਨੂੰ ਆਪਣੀ ਰੁਚੀ ਨੂੰ ਸਮਾਂ ਦਿੰਦੇ ਨੇ, ਅਜਿਹੇ ਸਿਰਜਕ ਹੈ ਉਹ ਕਹਿੰਦੇ ਨਿਸ਼ਚੈ ਹੀ ਪ੍ਰਕਿਰਤੀ, ਸਮਾਜ ਅਤੇ ਸੱਭਿਆਚਾਰ ਲਈ ਵਰਦਾਨ ਹੁੰਦੇ ਹਨ। ਠੀਕ ਹੈ ਬੇਟਾ, ਇੱਥੇ ਤੱਕ ਹੁਣ ਅਸੀਂ ਪੜ੍ਹਿਆ ਵਾ ਕਿ ਕਲਾਤਮਕ ਰੁਚੀਆਂ ਦੇ ਕੀ ਗੁਣ ਨੇ, ਸਾਡੇ ਲਈ ਜ਼ਿੰਦਗੀ ਵਿੱਚ ਉਹਨਾਂ ਦੇ ਕੀ ਗੁਣ ਨੇ। ਹੁਣ ਅਸੀਂ ਕਰਾਂਗੇ ਅਸੀਂ ਇਹਨਾਂ ਦੀ ਕਲਾਤਮਕ ਰੁਚੀਆਂ ਦੀ ਕਿਵੇਂ ਪਹਿਚਾਣ ਕਿਵੇਂ ਕਰ ਸਕਦੇ ਹਾਂ। ਕਲਾਤਮਕ ਰੁਚੀਆਂ ਦੀ ਪਹਿਚਾਣ ਦਾ ਮਸਲਾ ਮਨੋਵਿਗਿਆਨਿਕ ਮਸਲਾ ਵਾ। ਕਿਹੜਾ ਮਸਲਾ ਵਾ? ਮਨੋਵਿਗਿਆਨਿਕ। ਦਰਅਸਲ ਪੜ੍ਹਾਈ, ਵਿਸ਼ਾ ਚੋਣ, ਕਿੱਤਾ ਚੋਣ, ਡਿਗਰੀ ਚੋਣ, ਨੌਕਰੀ ਲਾਲਸਾ ਆਦਿ ਸਭ ਮਹੱਤਵਪੂਰਨ ਚੋਣਾਂ ਵੇਲੇ ਸਾਡੇ ਸਮਾਜਿਕ ਸਮੂਹਨ ਅਧੀਨ ਫੈਸਲੇ ਲਏ ਜਾਂਦੇ ਹਨ। ਇਸ ਤਰ੍ਹਾਂ ਇਹਨਾਂ ਚੋਣਾਂ ਵੇਲੇ ਮੂਲ ਬਿਰਤੀ, ਰੁਝਾਨ ਅਤੇ ਬੁੱਧੀ ਯੋਗਤਾ ਨੂੰ ਅਕਸਰ ਹੀ ਪਰੋਖੋ ਓਲੇ ਕਰ ਦਿੱਤਾ ਜਾਂਦਾ ਹੈ। ਦੇਖੋ ਬੱਚੇ, ਇਹ ਲਾਈਨਾਂ ਤਾਂ ਸਿੰਪਲ ਹੀ ਲੱਗਦੀਆਂ ਨੇ, ਪਰ ਇਹਨਾਂ ਵਿੱਚ ਬੜਾ ਹੀ ਗੂੜ੍ਹ ਰਹੱਸ ਛੁਪਿਆ ਹੋਇਆ ਵਾ। ਇਹਦੇ ਵਿੱਚ ਸਾਨੂੰ ਲੇਖਕ ਨੇ ਇਹ ਕਹਿਣਾ ਚਾਹਿਆ ਵਾ ਕਿ ਪੜ੍ਹਾਈ ਵੀ ਅਸੀਂ ਕਿਹੜੀ ਪੜ੍ਹਾਈ ਕਰਨੀ ਆ, ਕਿਹੜੇ ਸਾਨੂੰ ਵਿਸ਼ਾ ਮੀਨਸ ਸਬਜੈਕਟ ਅਸੀਂ ਚੋਣ ਵੀ ਕਿਸ ਤਰ੍ਹਾਂ ਦੇ ਸਬਜੈਕਟ ਚੂਜ਼ ਕਰਨੇ ਆ। ਕਿੱਤਾ ਚੋਣ ਵੀ ਅਸੀਂ ਕਿਹੜਾ ਪ੍ਰੋਫੈਸ਼ਨ ਚੂਜ਼ ਕਰਨਾ ਵਾ, ਕਿਹੜੀ ਡਿਗਰੀ ਸਾਨੂੰ ਅਸੀਂ ਲੈਣੀ ਆ, ਨੌਕਰੀ ਦੀ ਲਾਲਸਾ। ਇਹ ਸਭ ਮਹੱਤਵਪੂਰਨ ਜਿਹੜੇ ਇਹ ਫੈਸਲੇ ਨੇ ਵੀ ਅਸੀਂ ਕਿਵੇਂ ਕਰਦੇ ਹਾਂ, ਸਮਾਜਿਕ ਸਮੂਹਨ ਅਧੀਨ। ਸਮਾਜਿਕ ਸਮੂਹਨ ਮੀਨਸ ਸਮੂਹਨ ਹੁੰਦਾ ਵੀ ਦੂਸਰਿਆਂ ਦੇ ਕਹੇ ਜਾ ਕੇ, ਜਦ ਦੂਸਰਿਆਂ ਦੇ ਅੰਡਰ ਅਸੀਂ ਕਰਦੇ ਹਾਂ ਵੀ ਹਾਂ ਉਹ ਆ ਲੈ ਰਿਹਾ ਤਾਂ ਮੈਂ ਵੀ ਆਹੀ ਕਰਨਾ ਵਾ। ਬੇਸ਼ੱਕ ਸਾਡੇ ਉਹਦੇ ਵਿੱਚ ਰੁਚੀ ਨਹੀਂ ਹੈ, ਪਰ ਅਸੀਂ ਮਗਰ ਲੱਗ ਕੇ ਹਾਂਜੀ ਉਹਨੇ ਆ ਰੱਖਿਆ ਵਾ ਮੈਂ ਵੀ ਇਹੀ ਸਟਰੀਮ ਲੈਣੀ ਆ, ਉਹ ਆ ਬਣੂਗਾ ਮੈਂ ਵੀ ਉਹੀ ਬਣੂਗਾ। ਇਸ ਤਰ੍ਹਾਂ ਕਹਿੰਦੇ ਸਮਾਜਿਕ ਸਮੂਹਨ ਅਧੀਨ ਫੈਸਲੇ ਲਏ ਜਾਂਦੇ ਨੇ ਅਤੇ ਇਹਨਾਂ ਚੋਣਾਂ ਵੇਲੇ ਮੂਲ ਬਿਰਤੀ, ਰੁਝਾਨ ਅਤੇ ਯੋਗਤਾ ਬਦ ਨੂੰ ਅੱਖੋਂ ਪਰੋਖੇ ਮੀਨਸ ਅੱਖਾਂ ਤੋਂ ਓਹਲੇ ਕਰ ਦੇਣਾ, ਦੂਰ ਕਰ ਦਿੱਤਾ ਜਾਂਦਾ ਵਾ। ਵੀ ਇੱਕ ਇਹ ਦੇਖਿਆ ਜਾਂਦਾ ਸੀ ਅਸੀਂ ਦੂਜੇ ਕੀ ਚਾਹੁੰਦੇ ਨੇ, ਅਸੀਂ ਇਹ ਨਹੀਂ ਦੇਖਦੇ ਕਿ ਅਸੀਂ ਕੀ ਚਾਹੁੰਦੇ ਹਾਂ, ਕਿ ਸਾਡੀ ਅੰਦਰਲੀ ਰੁਚੀ ਕੀ ਹੈ, ਅਸੀਂ ਕੀ ਕਰ ਸਕਦੇ ਹਾਂ। ਅਸੀਂ ਇਹਨਾਂ ਸਭ ਚੀਜ਼ਾਂ ਨੂੰ ਦੂਰ ਕਰਕੇ ਅਸੀਂ ਸਮਾਜਿਕ ਸਮੂਹਨ ਦੇ ਅਧੀਨ ਆ ਕੇ ਫੈਸਲੇ ਕਰਦੇ ਹਾਂ। ਪੇਜ ਨੰਬਰ 88। ਸਮਾਜਿਕ ਸਮੂਹਨ ਦੀ ਮੰਡੀ ਦੀ ਹਨੇਰੀ ਪਦਾਰਥਕ ਅਹਿਮੀਅਤ, ਪੂੰਜੀ ਅਤੇ ਪ੍ਰਾਪਤੀ ਦੇ ਸਟੇਟਸ ਸਿਮਰਨ ਦੀ ਧਾਰਨਾ ਵਿੱਚੋਂ ਉਦੈ ਹੁੰਦਾ ਹੈ। ਇਸ ਲਈ ਵਿਅਕਤੀ ਦੀ ਬਾਹਰਲੀ ਸੰਰਚਨਾ ਅਤੇ ਅਵਚੇਤਨੀ ਸੰਰਚਨਾ ਵਿਚਕਾਰ ਖਤਰਨਾਕ ਪਾੜਾ ਪੈ ਜਾਂਦਾ ਹੈ। ਇਹ ਪਾੜਾ ਕਿਤੇ ਵੱਖ-ਵੱਖ ਸਮਾਜਿਕ ਭ੍ਰਿਸ਼ਟਾਚਾਰ ਦੁਆਰਾ ਭਰਨ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਅਤੇ ਕਿਤੇ ਆਡੰਬਰੀ ਗਤੀਵਿਧੀਆਂ ਦੁਆਰਾ ਇਹ ਪਾੜਾ ਅਜਿਹੇ ਖੰਡਕ ਵਿਅਕਤੀਤਵ ਨੂੰ ਜਨਮ ਦਿੰਦਾ ਹੈ ਜੋ ਨਾ ਤਾਂ ਸਵੈ ਲਈ ਸਾਬਿਤ ਹੁੰਦਾ ਹੈ, ਨਾ ਹੀ ਸਮਾਜ ਲਈ। ਇੱਥੇ ਹੁਣ ਸਮਾਜਿਕ ਸਮੂਹਨ ਦਿੱਤਾ ਗਿਆ ਵਾ ਬੇਟਾ। ਸਮਾਜਿਕ ਸਮੂਹਨ ਅੱਗੇ ਮੰਡੀ ਦੀ ਹਨੇਰੀ ਭਾਵ ਵੀ
ਇੱਕ ਮੰਡੀ ਲੱਗੀ ਹੋਈ ਹੈ, ਜਿੱਦਾਂ ਹਰੇਕ ਕੋਈ ਡਾਕਟਰ ਬਣਨ ਲੱਗਿਆ, ਇੰਜੀਨੀਅਰ ਬਣਨ ਲੱਗਾ ਆ ਵਾ, ਇਸ ਤਰ੍ਹਾਂ ਵੱਡੇ ਵੱਡੇ ਦੇਖੇ ਜਾਂਦੇ ਨੇ। ਪਦਾਰਥਿਕ ਅਹਿਮੀਅਤ ਦਿੱਤੀ ਜਾਂਦੀ ਹੈ ਵੀ ਜਿੱਥੋਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਹੋਵੇ ਅਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਲਗਜ਼ਰੀਜ਼ ਇਕੱਠਾ ਕਰ ਸਕੀਏ, ਲਗਜ਼ਰੀ ਲਾਈਫ ਆਪਣੀ ਜੀ ਸਕੀਏ। ਪਦਾਰਥਿਕ ਅਹਿਮੀਅਤ ਵੀ ਕਾਰਾਂ, ਗੱਡੀਆਂ, ਮੋਬਾਈਲਾਂ, ਇਸ ਤਰ੍ਹਾਂ ਅਸੀਂ ਉਹਨਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਾਂ। ਹੁਣ ਜਿਵੇਂ ਅਸੀਂ ਸਟੇਟਸ ਸਿੰਬਲ ਵੀ, ਸਟੇਟਸ ਸਿੰਬਲ ਮੀਨਸ ਜਿਹੜਾ ਰੁਤਬਾ ਧਾਰਨਾ ਨੂੰ ਉਹਦੇ ਹੁੰਦਾ ਹੈ। ਇਸ ਲਈ ਵਿਅਕਤੀ ਦੀ ਬਾਹਰੀ ਸੰਰਚਨਾ ਵੀ ਬਾਹਰ ਕੀ ਚਾਹੁੰਦਾ ਅਤੇ ਅੰਦਰਲੀ ਸੰਰਚਨਾ ਵੀ ਅੰਦਰ ਕੀ ਚਾਹੁੰਦਾ ਵਾ, ਇਹਨਾਂ ਦੇ ਵਿੱਚ ਬਹੁਤ ਹੀ ਖਤਰਨਾਕ ਪਾੜਾ ਪੈ ਜਾਂਦਾ ਵਾ। ਭਾਵ ਅਸੀਂ ਦੁਨੀਆ ਦੇ ਮਗਰ ਲੱਗ ਕੇ ਅਸੀਂ ਅਪਣਾ ਲੈਂਦੇ ਹਾਂ, ਆਪਣਾ ਕਿੱਤਾ ਅਪਣਾ ਲੈਂਦੇ ਹਾਂ, ਪਰ ਅਸੀਂ ਆਪਣੀ ਅੰਦਰਲੀ ਜਿਹੜੀ ਚੋਇਸ ਆ ਉਹ ਅਸੀਂ ਮਾਰ ਦਿੰਦੇ ਹਾਂ। ਇਹਦੇ ਨਾਲ ਕੀ ਹੁੰਦਾ, ਇਹਨਾਂ ਦੋਨਾਂ ਵਿੱਚ ਬਹੁਤ ਹੀ ਜ਼ਿਆਦਾ ਅੰਤਰ ਆ ਜਾਂਦਾ ਵਾ। ਫਿਰ ਇਹਨਾਂ ਨੂੰ ਅਸੀਂ ਵੱਖ-ਵੱਖ ਭ੍ਰਿਸ਼ਟਾਚਾਰਾਂ, ਜੇ ਹੁਣ ਦੇਖੋ ਆਪਾਂ ਪੜ੍ਹਾਈ ਇੱਦਾਂ ਦੀ ਚੁਣ ਲਈ ਹੈ ਜਿਸ 'ਚ ਸਾਡੀ ਰੁਚੀ ਨਹੀਂ ਹੈਗੀ, ਅਤੇ ਅਸੀਂ ਉਹ ਕਿਸ ਤਰ੍ਹਾਂ ਪੜ੍ਹਾਂਗੇ? ਫਿਰ ਓਬਵੀਅਸ ਹੈ ਅਸੀਂ ਡਿਗਰੀਆਂ ਪ੍ਰਾਪਤ ਕਰਨ ਲਈ ਭ੍ਰਿਸ਼ਟਾਚਾਰ ਦਾ ਸਹਾਰਾ ਲਵਾਂਗੇ, ਅਸੀਂ ਰਿਸ਼ਵਤਾਂ ਦੇਵਾਂਗੇ ਤਾਂ ਕਿ ਸਾਨੂੰ ਡਿਗਰੀਆਂ ਮਿਲ ਜਾਣ, ਸਾਨੂੰ ਪੜ੍ਹਨਾ ਨਾ ਪਵੇ। ਪੜ੍ਹਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਸੇ ਆਡੰਬਰੀ ਗਤੀਵਿਧੀਆਂ ਦੁਆਰਾ ਇਹ ਪਾੜਾ ਜੇ ਅਜਿਹੇ ਖੰਡਿਤ ਵਿਅਕਤੀਤਵ ਨੂੰ ਜਨਮ ਦਿੰਦਾ ਹੈ। ਉਹ ਬੰਦਾ ਜਿਹੜਾ ਵਾ ਡਿਗਰੀਆਂ ਵਾ, ਰਿਸ਼ਵਤਾਂ ਲੈ ਕੇ ਅੱਗੇ ਤਾਂ ਵੱਧ ਜਾਂਦਾ ਵਾ, ਪਰ ਉਹ ਕੀ ਹੈ, ਇੱਕ ਖੰਡਿਤ ਵਿਅਕਤੀਤਵ ਨੂੰ ਜਨਮ ਦਿੰਦਾ ਵਾ। ਨਾ ਤਾਂ ਉਹ ਉਹਦੇ ਲਈ ਸ਼ੁਭ ਸਾਬਿਤ ਹੈ, ਨਾ ਹੀ ਸਮਾਜ ਲਈ। ਜਦੋਂ ਵਿਅਕਤੀ ਅਜਿਹੀ ਹੋਣੀ ਦਾ ਭਾਗੀ ਬਣ ਜਾਵੇ ਤਾਂ ਉਦੋਂ ਹੀ ਕਲਾ ਉਸ ਨੂੰ ਜੀਵਨ ਦਾ ਅਖੰਡ ਮਾਰਗ ਪ੍ਰਦਾਨ ਕਰ ਸਕਦੀ ਹੈ। ਕਲਾਤਮਕ ਕਾਰਜ ਨਾਲ ਜੁੜ ਕੇ ਉਹ ਆਪਣੇ ਸਾਰੇ ਬਿਖਰਾਓ ਨੂੰ ਸਮਗਰਤਾ ਪ੍ਰਦਾਨ ਕਰ ਸਕਦਾ ਹੈ। ਮੰਡੀ ਵਿੱਚ ਖਿੰਡਰੇ ਆਪਣੇ ਟੋਟਿਆਂ ਟੁਕੜਿਆਂ ਨੂੰ ਇਕੱਤਰਿਤ ਕਰਕੇ ਆਪਣੇ ਅਣਮੁੱਲੇ ਸਿਰਜਣਾਤਮਕ ਅਸਤਿਤਵ ਦਾ ਕਲੰਗੜੀ ਪਾ ਸਕਦਾ ਹੈ। ਇਹ ਵੀ ਇੱਕ ਮਨੋਵਿਗਿਆਨਿਕ ਅਤੇ ਅਧਿਆਤਮਿਕ ਤੱਥ ਹੈ ਕਿ ਸਮਾਜ ਜਿਸ ਨੂੰ ਪ੍ਰੇਮ ਕਰਦਾ ਹੈ ਉਹੀ ਬਣਨਾ ਸ਼ੁਰੂ ਹੋ ਜਾਂਦਾ ਹੈ। ਕਲਾ ਕੋਲ ਸਤਿਅਮ ਸ਼ਿਵਮ ਸੁੰਦਰਮ ਦਾ ਮੁਜੱਸਮਾ ਹੈ, ਇਸ ਲਈ ਇਸ ਦਾ ਸੰਬੰਧਿਤ ਵਿਅਕਤੀ ਦੇ ਅਸਤਿਤਵ ਵਿੱਚ ਇੰਨਾ ਉਚੇਰਾ ਮੁੱਲਾਂ ਦੀ ਆਮਦ ਸਿੱਧ ਹੁੰਦਾ ਹੈ, ਹੋ ਜਾਂਦੀ ਹੈ। ਕਲਾ ਪ੍ਰਤੀ ਦੇ ਕਲਾਕਾਰ ਸਮੁੱਚੇ ਵਾਤਾਵਰਨ ਨੂੰ ਉਚੇਰੇ ਮੁੱਲਾਂ ਨਾਲ ਮਹਿਕਾ ਦਿੰਦੇ ਹਨ। ਭਾਵ ਇਹਦੇ ਵਿੱਚ ਇਹ ਸਾਨੂੰ ਦੱਸਿਆ ਗਿਆ ਵਾ ਕਿ ਜੇ ਵਿਅਕਤੀ ਹੈ ਬਾਹਰੀ ਸੰਰਚਨਾ ਵਿੱਚ ਇੰਨਾ ਡੁੱਬ ਜਾਂਦਾ ਵਾ, ਅਤੇ ਇੱਕ ਕਲਾ ਹੀ ਹੈ, ਕਲਾ ਨਾਲ ਹੀ ਜੁੜ ਕੇ ਉਹ ਆਪਣੇ ਬਿਖਰੇ ਹੋਏ ਜਿਹੜਾ ਅਸਤਿਤਵ ਹੈ ਉਹਦਾ ਬਿਖਰ ਜਾਂਦਾ ਵਾ, ਉਹਨੂੰ ਸਮੇਟ ਸਕਦਾ ਵਾ, ਇਕੱਠਾ ਕਰ ਸਕਦਾ ਵਾ। ਆਪਣੇ ਟੋਕੜਿਆਂ ਨੂੰ ਇਕੱਠਾ ਕਰਕੇ ਇੱਕ ਸਿਰਜਣਾਤਮਕ ਅਸਤਿਤਵ ਨਾਲ ਕਹਿੰਦੇ ਕੜੰਗੀ ਪਾ ਜਾਂਦਾ। ਮੀਨਸ ਕੜੰਗੀ ਹੁੰਦੀ ਹੈ ਜਦੋਂ ਆਪਾਂ ਕਿਸੇ ਨੂੰ ਕੜੰਗੀ ਪਾ ਲੈਂਦੇ ਹਾਂ, ਆਪਣੀ ਗ੍ਰਿਫਤ ਵਿੱਚ ਲੈ ਸਕਦੇ ਹਾਂ। ਇੱਕ ਮਨੋਵਿਗਿਆਨਿਕ ਅਤੇ ਅਧਿਆਤਮਿਕ ਤੱਥ ਹੈ ਕਿ ਵਿਅਕਤੀ ਜਿਸ ਨੂੰ ਪ੍ਰੇਮ ਕਰਦਾ ਵਾ ਉਹੋ ਜਿਹਾ ਹੀ ਬਣਨਾ ਚਾਹੁੰਦਾ ਵਾ। ਕਲਾ ਕਿਹਦਾ ਮੁਜੱਸਮਾ ਕਿਹਦਾ ਵਾ? ਸਤਿਅਮ ਸ਼ਿਵਮ ਸੁੰਦਰਮ ਦਾ। ਅਤੇ ਉਹ ਇਸ ਤਰ੍ਹਾਂ ਨਾਲ ਇਸ ਲਈ ਅਸਤਿਤਵ ਵਿੱਚ ਇੰਨੇ ਉਚੇਰੇ ਮੁੱਲਾਂ ਦੀ ਆਮਦ ਸੁੱਤੇ ਸਿੱਧ ਮੀਨਸ ਆਪਣੇ ਆਪ ਹੀ ਹੋ ਜਾਂਦੀ ਹੈ, ਸਿੱਧ ਹੋ ਜਾਂਦੀ, ਪੂਰੀ ਹੋ ਜਾਂਦੀ ਹੈ। ਅਤੇ ਕਲਾਕਾਰ ਜਿਸ ਸਮੁੱਚੇ ਵਾਤਾਵਰਨ ਨੂੰ ਉਚੇਰੇ ਮੁੱਲਾਂ ਨਾਲ ਮਹਿਕਾ ਦਿੰਦੀ ਹੈ। ਮਾਪਿਆਂ, ਅਧਿਆਪਕਾਂ, ਸਮਾਜਿਕ ਸਮੂਹਾਂ ਤਹਿਤ ਕੋਈ ਨੌਜਵਾਨ ਚਾਹੇ ਕਿਸੇ ਵੀ ਸਾਂਝੇ ਅਧੀਨ ਕੰਮ ਕਰ ਰਿਹਾ ਹੋਵੇ, ਉਸ ਲਈ ਆਪਣੀ ਕਲਾ ਯੋਗਤਾ ਦੀ ਪਹਿਚਾਣ ਬੇਹੱਦ ਜ਼ਰੂਰੀ ਹੈ। ਇਹ ਪਹਿਚਾਣ ਮਨੋਵਿਗਿਆਨਿਕ ਸੂਤਰ ਸਾਡੇ ਲਈ ਸਹਾਈ ਹੋ ਸਕਦੇ ਹਨ। ਮੈਂ ਤੁਹਾਨੂੰ ਪਹਿਲਾਂ ਵੀ ਬੇਟਾ ਸਮਝਾ ਕੇ ਹਟੀ ਹਾਂ, ਜਦੋਂ ਅਸੀਂ ਕੋਈ ਵੀ ਪੜ੍ਹਾਈ ਚੁਣਦੇ ਹਾਂ, ਕਿੱਤਾ ਚੁਣਦੇ ਹਾਂ, ਅਸੀਂ ਕਿੱਦਾਂ ਚੁਣਦੇ ਹਾਂ? ਜਾਂ ਤਾਂ ਮਾਪਿਆਂ ਦੇ ਦੁਆਰਾ ਅਧੀਨ, ਜਾਂ ਅਧਿਆਪਕਾਂ ਤੋਂ ਅਸੀਂ ਸਲਾਹ ਲੈਂਦੇ ਹਾਂ, ਜਾਂ ਅਸੀਂ ਸਮਾਜਿਕ ਸਮੂਹ ਮੀਨਸ ਦੋਸਤਾਂ ਦੇ ਕੋਲ ਆਲੇ ਦੁਆਲੇ ਸਾਡੇ ਜੋ ਵੀ ਸਾਡਾ ਸਮਾਜਿਕ ਸਰਕਲ ਹੈ ਉਹ ਕਹਿੰਦੇ ਤਹਿਤ ਕੋਈ ਨੌਜਵਾਨ ਚਾਹੇ ਕਿਸੇ ਵੀ ਸਾਂਚੇ ਵਿੱਚ ਅਧੀਨ ਕੰਮ ਕਰ ਰਿਹਾ ਹੋਵੇ, ਭਾਵੇਂ ਉਹਨਾਂ ਦੇ ਮਗਰ ਲੱਗ ਕੇ ਕੁਛ ਵੀ ਕਰ ਰਿਹਾ ਹੋਵੇ ਉਸ ਲਈ, ਪਰ ਉਹਨੂੰ ਕਲਾ ਦੀ ਯੋਗਤਾ ਦੀ ਪਹਿਚਾਣ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਆਪਣੀ ਕਲਾ ਨੂੰ ਪਹਿਚਾਣ ਸਕੇ ਅਤੇ ਉਸ ਅਨੁਸਾਰ ਕੰਮ ਕਰ ਸਕੇ। ਇਹ ਪਹਿਚਾਣ ਇੱਕ ਮਨੋਵਿਗਿਆਨਿਕ ਸੂਤਰ ਵਿੱਚ ਸਹਾਈ ਕਹਿੰਦੇ ਨੇ। ਸੂਤਰ ਭਾਵ ਸਾਨੂੰ ਉਹਨਾਂ ਨੇ 8 ਸਿਧਾਂਤ ਦਿੱਤੇ ਨੇ, ਜਿੱਦਾਂ ਦੇਖੋ ਲਿਖਿਆ ਹੋਇਆ ਹਾਰਵਰਡ ਗ੍ਰੈਜੂਏਟ ਸਕੂਲ ਆਫ ਐਜੂਕੇਸ਼ਨ ਦੇ ਪ੍ਰੋਫੈਸਰ। ਬਸ ਬੇਟਾ ਆਪਾਂ ਇੱਥੇ ਹੀ ਪੜ੍ਹਾਂਗੇ, ਬਾਕੀ ਅੱਗੇ ਹੈ ਫਿਰ ਸਾਡਾ ਲਿੰਕ ਟੁੱਟ ਜਾਏਗਾ। ਠੀਕ ਹੈ, ਇੱਥੇ ਤੱਕ ਆਪਾਂ ਪੜ੍ਹਾਂਗੇ। ਜਿੰਨਾ ਪੜ੍ਹਿਆ ਵਾ
ਇਹਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹੋ, ਦੇਖੋ ਤੁਹਾਨੂੰ ਸਮਝ ਆ ਰਿਹਾ ਵਾ। ਵੈਸੇ ਮੈਨੂੰ ਨਹੀਂ ਲੱਗਦਾ ਕਿ ਮੁਸ਼ਕਿਲ ਹੈ, 1-2 ਵਾਰੀ ਲੈਸਨ ਪੜ੍ਹੋਗੇ ਤਾਂ ਤੁਹਾਨੂੰ ਸਮਝ ਆ ਜਾਏਗਾ। ਔਰ ਤੁਸੀਂ ਇਹ ਵੀ ਇਸ ਨੂੰ ਅੱਛੀ ਤਰ੍ਹਾਂ ਸਮਝੋ ਕਿ ਇਹ ਲੇਖ ਵਿੱਚ ਸਾਨੂੰ ਲੇਖਕ ਨੇ ਕੀ ਕਹਿਣਾ ਚਾਹਿਆ ਵਾ। ਜੇ ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਆਪਣੀ ਕਲਾਸ ਦੀ ਜਿਹੜੀ ਕਲਾਸ ਦੀ ਤੁਹਾਡੀ ਮੇਲ ਆਈਡੀ ਹੈ ਤੁਸੀਂ ਉਹਦੇ ਵਿੱਚ ਭੇਜ ਸਕਦੇ ਹੋ। ਠੀਕ ਹੈ ਬੇਟਾ, ਧੰਨਵਾਦ।